ਤੁਹਾਡੇ ਚਾਰ ਮੈਥਡਸ ਡਿਸਕਸ ਹੋ ਗਏ ਸੀ। ਪਹਿਲਾ ਕਿਹੜਾ ਸੀ? ਮੈਥਡਸ ਕਿਹੜੇ ਕਿਹੜੇ ਡਿਸਕਸ ਹੋਏ ਸੀ? ਪੇਬੈਕ ਪੀਰੀਅਡ, ਡਿਸਕਾਊਂਟਡ ਪੇਬੈਕ, ਐਨਪੀਵੀ ਮੈਥਡ, ਪੀਆਈ। ਪੀਆਈ ਦੇ ਵਿੱਚ ਗ੍ਰੋਸ ਪੀਆਈ, ਨੈਟ ਪੀਆਈ ਮੈਥਡਸ ਹੀ ਹੈ ਨਾ ਇਹਦੇ, ਕਿ ਕਿੱਦਾਂ ਕਿੱਦਾਂ ਆਪਾਂ ਕੈਪੀਟਲ ਬਜਟਿੰਗ ਚ ਡਿਸੀਜਨ ਲੈਣੇ। ਠੀਕ ਹੈ, ਨਹੀਂ ਨਹੀਂ ਇਦਾਂ ਹੀ ਤੁਹਾਡਾ ਇੱਕ ਮੈਥਡ ਕੀ ਆ, ਅਕਾਊਂਟਿੰਗ ਰੇਟ ਆਫ, ਕਿਦਾਂ, ਕੋਈ ਗੱਲ ਨਹੀਂ, ਤੁਹਾਨੂੰ ਨਾਮ ਤਾਂ ਪਤਾ ਨਾ, ਮੀਨਸ ਨੈਟ ਪੀਆਈ ਚ ਗ੍ਰੋਸ ਪੀਆਈ -1 ਉਹ ਵਾਲਾ ਚੀਜ਼ ਸੀ, 0 ਪੁਆਇੰਟ ਸਮਥਿੰਗ ਵਾਲਾ ਸੀ ਨਾ। ਫਿਫਥ ਤੁਹਾਡਾ ਆਂਦਾ ਅਕਾਊਂਟਿੰਗ ਰੇਟ ਆਫ ਰਿਟਰਨ। ਅੱਛਾ, ਜਿਹੜੇ ਤੁਸੀਂ ਕਹਿਣ ਦਾ ਮਤਲਬ ਪਹਿਲਾਂ ਮੈਥਡਸ ਹੁਣੀ ਮੈਂ ਨਾਮ ਲਏ, ਉਹਨਾਂ ਵਿੱਚ ਯੂਜ਼ ਕੀਤੇ ਸੀ ਕੈਸ਼ ਇਨਫਲੋਸ। ਕੀ ਯੂਜ਼ ਕੀਤੇ ਸੀ? ਕੈਸ਼ ਇਨਫਲੋਸ। ਔਰ ਕੈਸ਼ ਇਨਫਲੋਸ ਕੀ ਸੀ? ਪ੍ਰੋਫਿਟ ਆਫਟਰ ਟੈਕਸ ਬਟ ਬਿਫੋਰ ਡੈਪਰੀਸੀਏਸ਼ਨ, ਇਹ ਕਨਸੈਪਟ ਸੀਗਾ। ਅਗਲਾ ਮੈਥਡ ਹੈ ਅਕਾਊਂਟਿੰਗ ਰੇਟ ਆਫ ਰਿਟਰਨ। ਕਿਹੜਾ ਨਾਮ ਮੈਥਡ ਆ? ਅਕਾਊਂਟਿੰਗ ਰੇਟ ਆਫ ਰਿਟਰਨ। ਇਹਨੂੰ ਈਜ਼ੀਲੀ ਯਾਦ ਕਰਨ ਲਈ ਤੁਸੀਂ ਦੇਖੋ ਵਰਡ ਲਿਖਿਆ ਅਕਾਊਂਟਿੰਗ, ਅਕਾਊਂਟਿੰਗ ਰੇਟ ਆਫ ਰਿਟਰਨ। ਅਕਾਊਂਟਸ ਵਿੱਚ ਡੈਪਰੀਸੀਏਸ਼ਨ ਵੀ ਤਾਂ ਖਰਚਾ ਹੀ ਮੰਨਦੇ ਹੋ। ਸਾਡਾ ਪੀ ਐਂਡ ਐਲ ਚ ਅਕਾਊਂਟਸ ਵਿੱਚ ਫਾਈਨੈਂਸ਼ੀਅਲ ਅਕਾਊਂਟ ਜਦ ਵੀ ਕ੍ਰੀਏਟ ਕਰਦੇ ਡੈਪਰੀਸੀਏਸ਼ਨ ਨੂੰ ਖਰਚਾ ਮੰਨਦੇ ਕਿ ਨਹੀਂ? ਤਾਂ ਅਕਾਊਂਟਸ ਅਕੋਰਡਿੰਗ ਕਹਿੰਦਾ ਰਿਟਰਨ ਦੱਸੋ। ਮਤਲਬ ਇੱਥੇ ਤੁਸੀਂ ਕੈਸ਼ ਇਨਫਲੋਸ ਨਹੀਂ ਯੂਜ਼ ਕਰਨੇ, ਇੱਥੇ ਪ੍ਰੋਫਿਟ ਆਫਟਰ ਟੈਕਸ ਹੀ ਯੂਜ਼ ਕਰਨਾ। ਇਹ ਚ ਐਡ ਬੈਕ ਡੈਪਰੀਸੀਏਸ਼ਨ ਨਹੀਂ ਕਰਨੀ। ਉਹ ਵਾਲੇ ਮੈਥਡ ਸਭ ਚ ਕੈਸ਼ ਇਨਫਲੋਸ ਯੂਜ਼ ਕੀਤਾ ਸੀ, ਉੱਥੇ ਫਿਰ ਕੀ ਲਿਆ ਸੀ? ਪ੍ਰੋਫਿਟ ਆਫਟਰ ਟੈਕਸ ਬਟ ਬਿਫੋਰ ਡੈਪਰੀਸੀਏਸ਼ਨ, ਐਡ ਬੈਕ ਕੀਤੀ ਸੀ ਡੈਪਰੀਸੀਏਸ਼ਨ। ਇਸ ਮੈਥਡ ਚ ਨਹੀਂ ਕਰਨੀ। ਯਾਦ ਰੱਖਣ ਲਈ ਕੀ ਨਾਮ ਕਿਹਾ? ਅਕਾਊਂਟਿੰਗ ਰੇਟ ਆਫ ਰਿਟਰਨ, ਮਤਲਬ ਅਕਾਊਂਟਸ ਅਕੋਰਡਿੰਗ ਕਿੰਨਾ ਪ੍ਰੋਫਿਟ ਜਨਰੇਟ ਹੋ ਰਿਹਾ ਹੈ। ਸੋ ਐਵਰੇਜ ਪ੍ਰੋਫਿਟ ਆਫਟਰ ਟੈਕਸ ਯੂਜ਼ ਹੋਗਾ ਇੱਥੇ। ਕਲੀਅਰ ਹੋਇਆ? ਪਹਿਲਾ ਮੈਥਡ ਚ ਕੈਸ਼ ਇਨਫਲੋਸ ਯੂਜ਼ ਨਹੀਂ ਹੋਣੇ, ਕੀ ਯੂਜ਼ ਹੋਣਾ? ਸਿੱਧਾ ਪ੍ਰੋਫਿਟ ਆਫਟਰ ਟੈਕਸ। ਹੁਣ ਇਹਦੇ ਵਿੱਚ ਕੀ ਆਂਦਾ ਹੈ? ਦੋ ਤਰੀਕੇ ਆ। ਇੱਕ ਤਰੀਕਾ ਕਹਿੰਦਾ ਐਵਰੇਜ ਪ੍ਰੋਫਿਟ ਆਫਟਰ ਟੈਕਸ ਅਪਨ ਨੈਟ ਇਨਵੈਸਟਮੈਂਟ ਇਨਟੂ 100। ਦੂਜਾ ਕੀ ਕਹਿੰਦਾ? ਐਵਰੇਜ ਪ੍ਰੋਫਿਟ ਆਫਟਰ ਟੈਕਸ ਅਪਨ ਐਵਰੇਜ ਨੈਟ ਇਨਵੈਸਟਮੈਂਟ ਇਨਟੂ 100। ਠੀਕ ਹੈ, ਹੁਣ ਨੈਟ ਇਨਵੈਸਟਮੈਂਟ ਕੀ ਹੁੰਦੀ? ਇਨੀਸ਼ੀਅਲ ਆਊਟਲੇ। ਇਨੀਸ਼ੀਅਲ ਆਊਟਲੇ ਕੀ ਹੁੰਦਾ? ਕਿੰਨੇ ਪੈਸੇ ਲਗਾਏ ਪ੍ਰੋਜੈਕਟ 'ਚ? 10 ਲੱਖ ਰੁਪਏ ਪ੍ਰੋਜੈਕਟ 'ਚ ਲਗਾਏ, ਮਾਈਨਸ ਸਕ੍ਰੈਪ ਵੈਲਿਊ। ਜਦੋਂ 10 ਸਾਲ ਖਤਮ ਹੋ ਗਏ, ਪ੍ਰੋਜੈਕਟ ਖਤਮ ਹੋ ਗਿਆ, ਪ੍ਰੋਜੈਕਟ ਨੇ ਰਿਟਰਨ, ਮਤਲਬ 1 ਲੱਖ ਦੀ ਤਾਂ ਸਕ੍ਰੈਪ ਸੇਲ ਹੋ ਗਈ। 10 ਲੱਖ ਲਗਾਏ, 1 ਲੱਖ ਦੀ ਸਕ੍ਰੈਪ ਸੇਲ ਹੋ ਗਈ, ਕਿੰਨੇ ਪੈਸੇ ਨੈਟ ਲੱਗੇ ਤੁਹਾਡੇ? 9 ਲੱਖ ਰੁਪੀਸ। ਸੋ ਕੀ ਆ? ਨੈਟ ਇਨਵੈਸਟਮੈਂਟ। ਉਹ ਕੀ ਆ? ਨੈਟ ਇਨਵੈਸਟਮੈਂਟ। ਬਟ ਸਾਨੂੰ ਕੀ ਚਾਹੀਦਾ? ਨੈਟ ਇਨਵੈਸਟਮੈਂਟ ਕਿ ਐਵਰੇਜ ਨੈਟ ਇਨਵੈਸਟਮੈਂਟ? ਦੋਨੋਂ ਹੀ ਚਾਹੀਦੇ। ਅਗਰ ਨੈਟ ਇਨਵੈਸਟਮੈਂਟ ਚਾਹੀਦੀ ਉਹ ਆ ਜਾਊਗੀ ਇਦਾਂ 9 ਲੱਖ, ਪਰ ਐਵਰੇਜ ਨੈਟ ਇਨਵੈਸਟਮੈਂਟ, ਐਵਰੇਜ ਮੀਨਸ ਡਿਵਾਈਡ ਬਾਈ 2 ਕਰ ਦੋ ਉਹਨੂੰ, ਤਾਂ ਉਹ ਹਾਫ ਹੋ ਜਾਊਗੀ। ਸੋ ਕੁਐਸਚਨ ਅਗਰ ਸਾਇਲੈਂਟ ਹੋਇਆ ਤੁਸੀਂ ਦੋਨੋਂ ਸ਼ੋ ਕਰ ਦਿਓ ਪੇਪਰ 'ਚ, ਕਿਉਂਕਿ ਬੀਕਾਮ ਦੇ ਕੁਐਸਚਨਸ ਕਿਤੇ ਕੋਈ ਆਂਸਰ ਹੋਗਾ, ਕਿਤੇ ਕੋਈ। ਅਗਰ ਉਹ ਸਪੈਸੀਫਾਈ ਕਹੇ ਕਿ ਆ ਯੂਜ਼ ਕਰੋ ਦੈਨ ਓਕੇ, ਅਦਰਵਾइज ਅਕਾਊਂਟਿੰਗ ਰੇਟ ਆਫ ਰਿਟਰਨ ਜਦ ਆਇਆ दोनों आंसर शो कर दिए। ठीक है, फॉर्मूला बोलो क्या आया? एवरेज प्रॉफिट आफ्टर टैक्स अपॉन नेट इन्वेस्टमेंट इनटू 100 या एवरेज नेट इन्वेस्टमेंट इनटू 100। और नेट इन्वेस्टमेंट की ਹੁੰਦਾ इनिशियल आउटले माइनस स्क्रैप वैल्यू, और दूजे चाहे इनिशियल आउटले माइनस स्क्रैप वैल्यू अपॉन 2। ठीक है, ਇਹਦਾ क्वेश्चन देखिए, नोट कर लोगे इस तो बाद। ठीक है, ਇਹਦਾ क्वेश्चन हैगा एक्सरसाइज 3। ਧਿਆਨ ਨਾਲ ਦੇਖੋ, एक्सरसाइज 3 ਕੀ ਕਹਿ ਰਿਹਾ? ਕਹਿੰਦਾ ਪ੍ਰੋਜੈਕਟ ਕਾਸਟ ₹25,000 ਐਂਡ ਹੈਜ਼ ਅ ਸਕ੍ਰੈਪ ਵੈਲਿਊ ਕਿੰਨੀ? 5,000 ਦੀ ਸਕ੍ਰੈਪ ਵੈਲਿਊ ਆਫਟਰ 5 ਇਅਰਸ। ਕਾਸਟ ਕਿੰਨਾ? ਇਨੀਸ਼ੀਅਲ ਆਊਟਲੇ 25,000, ਸਕ੍ਰੈਪ ਵੈਲਿਊ ਇਜ਼ 5,000। ਕਿੰਨਾ ਸਾਲ? 5 ਇਅਰਸ। ਨੈਟ ਪ੍ਰੋਫਿਟ ਬਿਫੋਰ ਡੈਪਰੀਸੀਏਸ਼ਨ ਐਂਡ ਟੈਕਸ 5,000, 6,000, 7,000, 8,000, 10,000। ठीक है, you are required to calculate the accounting rate of return on average investments assuming 50% rate of tax and depreciation on straight line method। depreciation ਪਹਿਲਾਂ ਪਤਾ ਕਿੱਦਾਂ ਚੱਲਦੀ ਹੈ? cost minus scrap upon useful life ਕਰਕੇ ਆਂਦੀ ਸੀ, ਯਾਦ ਆ? cost minus scrap upon useful life। ਪਹਿਲੀ ਚੀਜ਼ ਤੁਹਾਡੀ ਕੁਐਸਚਨ 'ਚ ਕੀ ਆ ਗਈ? depreciation ਲਈ cost ਕਿੰਨਾ ਬੋਲੋ? 25,000, scrap ਕਿੰਨੀ? 5,000। ਕੀ ਆ ਗਿਆ? 20 ਡਿਵਾਈਡ ਬਾਈ 5, 4,000 ਦੀ ਤੁਹਾਡੀ ਆ ਗਈ ਡੈਪਰੀਸੀਏਸ਼ਨ। ਯੈਸ ਔਰ ਨੋ? ਪਹਿਲਾਂ ਇੱਥੇ ਤੱਕ ਕੋਈ ਡਾਊਟ? ਐਨੂਅਲ ਡੈਪਰੀਸੀਏਸ਼ਨ ਕੀ ਆ ਗਈ? 4,000। ਹੁਣ ਤੁਸੀਂ ਇਹਦੇ ਕੀ ਕਰਨੇ? 5 ਸਾਲ ਦਾ ਡਾਟਾ ਆ। ਕੀ ਆ ਡਾਟਾ? 5 ਸਾਲ ਦਾ। ਕੀ ਪ੍ਰੋਫਿਟ ਗਿਵਨ ਆ? ਬਿਫੋਰ ਡੈਪਰੀਸੀਏਸ਼ਨ ਬਿਫੋਰ ਟੈਕਸ। ਪ੍ਰੋਫਿਟ ਕਿਹੜੇ ਗਿਵਨ ਆ? ਬਿਫੋਰ ਡੈਪਰੀਸੀਏਸ਼ਨ ਬਿਫੋਰ ਟੈਕਸ। ਤੁਸੀਂ ਕਿੱਥੇ ਪਹੁੰਚਣਾ? ਪ੍ਰੋਫਿਟ ਆਫਟਰ ਟੈਕਸ ਤੇ। ਇਨਫਲੋਸ ਤੇ ਨਹੀਂ ਪਹੁੰਚਣਾ ਹੁਣ ਇਸ ਮੈਥਡ 'ਚ। ਪ੍ਰੋਫਿਟ ਆਫਟਰ ਟੈਕਸ ਤੱਕ ਪਹੁੰਚ ਕੇ ਡੈਪਰੀਸੀਏਸ਼ਨ ਐਡ ਬੈਕ ਨਹੀਂ ਕਰਨੀ। ਸੋ ਮੀਨਸ ਤੁਹਾਡਾ ਫਾਰਮੈਟ ਬਣਿਆ 5 ਸਾਲ ਦਾ। ਪ੍ਰੋਫਿਟਸ ਗਿਵਨ ਸੀ, ਦੇਖੋ ਪਹਿਲਾਂ ਪ੍ਰੋਫਿਟ ਬਿਫੋਰ ਡੈਪਰੀਸੀਏਸ਼ਨ ਐਂਡ ਟੈਕਸ ਤੁਸੀਂ ਲਿਖਿਆ 5,000, 6,000, 7, 8, 10। ਯੈਸ ਔਰ ਨੋ? 5 ਸਾਲ ਲਿਖ ਲੈ। ਮਾਈਨਸ ਕੀ ਕਰਨਾ ਉਹ 'ਚੋਂ? ਐਨੂਅਲ ਡੈਪਰੀਸੀਏਸ਼ਨ ਕਿੰਨੀ ਫਾਈਂਡ ਕੀਤੀ ਅਸੀਂ? 4,000। ਤੁਹਾਡੇ ਕੋਲ ਆ ਗਿਆ ਪ੍ਰੋਫਿਟ ਬਿਫੋਰ ਟੈਕਸ, ਉਹ 'ਚੋਂ ਟੈਕਸ ਕਿੰਨਾ ਗਿਆ?
50% माइनस करके आ गया प्रॉफिट आफ्टर टैक्स। और अगर ऊपर वाले ਜਿਹੜੇ ਕੱਲ ਪਰਸੋਂ ਮੈਥਡ ਸਿੱਖੇ ਉਹ ਹੁੰਦੇ ਤਾਂ ਅਸੀਂ ਇਹ ਚ ਡੈਪਰੀਸੀਏਸ਼ਨ ਐਡ ਬੈਕ ਕਰਕੇ ਇਨਫਲੋਸ ਤੇ ਪਹੁੰਚਣਾ ਸੀ, ਬਟ ਇਸ ਮੈਥਡ ਚ ਅਕਾਊਂਟਿੰਗ ਅਕੋਰਡਿੰਗ ਦੇਖਣਾ ਤਾਂ ਪ੍ਰੋਫਿਟ ਆਫਟਰ ਟੈਕਸ ਹੀ ਸਾਡੇ ਪ੍ਰੋਫਿਟ ਆ। ਸੋ 5 ਆ ਗਏ ਸਾਰੇ ਪੰਜੋਂ, ਪੰਜਾਂ ਦੀ ਕੀ ਕਰੋਗੇ? ਐਵਰੇਜ ਪ੍ਰੋਫਿਟ ਆਫਟਰ ਟੈਕਸ ਕੀ ਚਾਹੀਦਾ ਸਾਨੂੰ? ਐਵਰੇਜ ਪ੍ਰੋਫਿਟ ਆਫਟਰ ਟੈਕਸ। ਤਾਂ ਕਿੱਦਾਂ ਕਰੋਗੇ? 500 plus 1000 plus 1500 plus 2000 plus 3000 डिवाइड बाय एवरेज, 5 साल ਦੀ एवरेज ਆ। 5 ਨਾ ਕਰੋਗੇ ਕੀ ਚੈੱਕ ਕਰੋ 1600 ਹੀ ਆਊਗਾ। ਠੀਕ ਹੈ, 8000 ਟੋਟਲ ਆ ਗਿਆ, 1600 ਤੁਹਾਡੀ ਐਵਰੇਜ ਪ੍ਰੋਫਿਟ ਆਫਟਰ ਟੈਕਸ ਆ ਗਈ। ARR ਦੇ ਦੋ ਫਾਰਮੂਲੇਸ ਕਿਹੜੇ ਸੀ ਉਦੋਂ? ਐਵਰੇਜ ਪ੍ਰੋਫਿਟ ਆਫਟਰ ਟੈਕਸ ਦੋਨਾਂ ਚ ਨੀਚੇ ਇੱਕ ਚ ਆ ਨੈਟ ਇਨਵੈਸਟਮੈਂਟ, ਦੂਜੇ ਚ ਐਵਰੇਜ ਨੈਟ ਇਨਵੈਸਟਮੈਂਟ। ਦੋਨੋਂ ਹੀ ਦੱਸੋ ਅਗਰ ਨੈਟ ਇਨਵੈਸਟਮੈਂਟ ਕਿੰਨੀ ਹੁੰਦੀ? ਫਾਰਮੂਲਾ इनिशियल आउटले माइनस स्क्रैप वैल्यू, और अगर एवरेज करनी तो डिवाइड बाय 2। मतलब नेट इन्वेस्टमेंट साडी की है 25,000 माइनस 5,000 20,000, और अगर एवरेज करनी था डिवाइड बाय 2 मतलब 10,000 आऊगी। सो अगर दोनों तरह आप फॉर्मूला लगाना चाहिए तो लग जाऊगा 1600 अपॉन 20,000 इंटू 100 और 1600 इंटू अपॉन 10,000 इंटू 100। सो एक 8% आया, दूजा 16% आऊगा, क्योंकि है तो डिवाइड बाय 2 का इफेक्ट है ना, तो एक हाफ आएगा और एक डबल आएगा। कि दोनों क्लियर है? बोलो पक्की गल, यस और नो? कितना कितना आ गया? 8% एंड 16%। किसी ने डाउट? कितना? हाँ दोनों हल्ले कर सकते, कोई दिक्कत नहीं, प्रैक्टिस ताही होएगी ना। दोस्तों किसी ने डाउट? एक्सरसाइज 10 देखियो। A chemical company is considering investment in a project that cost rupees that cost rupees 5 lakh. Life of the project is 5 years. Salvage is 0. ठीक है, tax rate is 55%. Earnings uses company uses straight line depreciation and proposed project has estimated earning before depreciation and tax कितना? 5 साल ਦੇ given ਆ ਤੁਹਾਨੂੰ earnings before depreciation and tax। ਕਹਿੰਦੇ determine the following कि payback period find करना, average rate of return find करना, NPV और gross PI। average rate of return मतलब ये accounting वाला ही है। एवरेज रेट ऑफ रिटर्न इज द अदर नेम फॉर अकाउंटिंग रेट ऑफ रिटर्न। ਹੁਣ ਦੇਖੋ ਚਾਹੇ ਤੁਹਾਡਾ ਫਰਸਟ ਮੈਥਡ ਹੈ, ਚਾਹੇ ਥਰਡ ਮੈਥਡ ਹੈ, ਚਾਹੇ ਫੋਰਥ ਮੈਥਡ ਹੈ, ਇਹਨਾਂ ਚ ਯੂਜ਼ ਹੋਣਾ ਕੈਸ਼ ਇਨਫਲੋਜ਼। ਸੈਕੰਡ ਚ ਕੀ ਯੂਜ਼ ਹੋਣਾ? ਕਿਹੜਾ? ਪ੍ਰੋਫਿਟ ਆਫਟਰ ਟੈਕਸ। ਠੀਕ ਹੈ, ਹੁਣ ਤੁਹਾਨੂੰ ਕੀ 5 ਸਾਲ ਦੇ ਪ੍ਰੋਫਿਟਸ ਗਿਵਨ। ਠੀਕ ਹੈ, ਮੈਨੂੰ ਇੱਕ ਚੀਜ਼ ਦੱਸੋ, ਡੈਪਰੀਸੀਏਸ਼ਨ ਦੱਸੋਗੇ ਪਹਿਲਾਂ? ਕਾਸਟ ਕਿੰਨੀ? 5 ਲੱਖ। ਸਕ੍ਰੈਪ ਕਿੰਨੀ? स्क्रैप 0 अपॉन ईयर्स 5 ईयर्स, तो 1 लाख पर एनम आ जाएगी डेप्रिसिएशन। 1 लाख आ गई। ओके, अर्निंग्स क्या गिवन हुआ? है, अर्निंग्स गिवन है। अच्छा अच्छा। ਤੁਸੀਂ ਲਿਖਿਆ ਸਟੇਟਮੈਂਟ ਸ਼ੋਇੰਗ ਕੈਲਕੂਲੇਸ਼ਨ ਆਫ ਕੈਸ਼ ਇਨਫਲੋਸ। ਧਿਆਨ ਨਾਲ ਸੁਣੋ, 5 ਸਾਲ ਲਿਖ ਲੈ ਸਾਰੇ। प्रॉफिट बिफोर डेप्रिसिएशन गिवन सी ਤੁਹਾਨੂੰ 1 लाख 1 लाख 150 150 एंड 250 है ना। माइनस की करना पहला डेप्रिसिएशन कितनी आई? ठीक है, 1 लाख आई डेप्रिसिएशन हर साल, माइनस करके क्या आ गया? प्रॉफिट बिफोर टैक्स। सिम यस नो? प्रॉफिट बिफोर टैक्स थे 55% टैक्स लगाता, कि आ गया प्रॉफिट आफ्टर टैक्स। पहले दो केसेस प्रॉफिट ही बिफोर टैक्स नहीं बचा था, टैक्स भी नहीं लगू, सब जीरो हो गया। फिर अगर मैं पहला तीजा और चौथा मैथड करना तो मैनू की चाहिए कैश इनफ्लोस, उच की चाहिए होंदा आफ्टर टैक्स प्लस बिफोर डेप्रीसिएशन, मतलब ऐड करती डेप्रीसिएशन 1 लाख दी, तो को प्रॉफिट आफ्टर टैक्स एंड बिफोर डेप्रीसिएशन मिल गए, दोज आर कॉल्ड कैश इनफ्लोस। दोज आर कॉल्ड क्या है? कैश इनफ्लोस। इन्नी गल क्लियर है? और जो अकाउंटिंग रेट ऑफ रिटर्न है उच की यूज करोगे आ वाला प्रॉफिट आफ्टर टैक्स की स्टेटमेंट से दोनों चीज़ा मिल गई। इनफ्लोज मिल गए 3 मैथड्स ਲਈ और प्रॉफिट आफ्टर टैक्स मिल गया अकाउंटिंग रेट ऑफ रिटर्न ਲਈ। ठीक है, ਹੁਣ ਪਹਿਲਾ ਮੈਥਡ ਕਿਹੜਾ ਪੁੱਛਿਆ ਕੁਐਸਚਨ ਨੇ? पे बैक पीरियड मैथड। तो पे बैक पीरियड ਲਈ ਫਾਰਮੈਟ ਆ ਸਿੱਖਿਆ ਸੀ ਕਿ ईयर लिखे, कैश इनफ्लोज लिखे, कैश इनफ्लोज ਕੱਢ ਚੁੱਕੇ ਨਾ ਰਾਜੇ 1 लाख 1 लाख 122 500 122 500 एंड 167 500 इनफ्लोज लिख ले। पे बैक ਕੱਢਣ ਲਈ ਕੀ ਸਿੱਖਿਆ ਸੀ? क्यूमुलेट करो, करते। कॉस्ट ऑफ प्रोजेक्ट की सी 5 लाख, 5 लाख कितने पूरे हो रहे हैं? 4 साल तो बाद।
4 ਸਾਲ ਤੋਂ ਪ੍ਰਿयंका 4 ਸਾਲ ਤੋਂ ਬਾਅਦ ਤਾਂ ਕੀ ਸਿੱਖਿਆ ਸੀ 4 ਸਾਲ ਤਾਂ ਪੂਰੇ ਆਉਗੇ प्लस 5 lakh माइनस 4,45,000 अपॉन 612500 माइनस 445 ਇਹਦੇ ਨਾਲ ਤੁਹਾਡਾ ਪੇਬੈਕ ਪੀਰੀਅਡ ਆ ਗਿਆ 4.33 ਇਅਰਸ ਯੈਸ অর ਨੋ ਦੱਸੋ ਕਿਸੇ ਡਾਊਟ 4.33 ਇਅਰਸ ਆ ਗਿਆ ਸਭ ਦਾ ਪੇਬੈਕ ਚ ਕੋਈ ਡਾਊਟ ਪੇਬੈਕ ਤੋਂ ਬਾਅਦ ਸੈਕਿੰਡ ਮੈਥਡ ਕਿਹੜਾ ਸੀ ਡਾਊਟ ਆ ਦੂਜਾ ਸੀ ਐਵਰੇਜ ਰੇਟ ਆਫ ਰਿਟਰਨ ਉਹਨੂੰ ਕਰ ਲਈਏ 2 ਮਿੰਟ ਰੁਕ ਲਈਏ ਮੈਂ ਕਿੰਨਾ ਰੁਕ ਲਈਏ ਚੱਲ ਕਰ ਲਓ ਚੱਲ ਪਹਿਲਾਂ ਮੈਂ ਕਿਹਾ ਇਨਫਲੋਸ ਵਾਲੇ ਕਰ ਲਓ ਨਾ ਮੈਂ ਤਾਂ ਕਿਹਾ ਇਹ ਗੱਲ ਕਹਿ ਰਿਹਾ सेकंड मेथड केड़ा क्या थर्ड मतलब एनपीवी एट 15% ये किदा करना एनपीवी मेथड ले आ रहा की करना राजा स्टेटमेंट शोइंग प्रेजेंट वैल्यू ऑफ कैश इनफ्लोस उत्थे जेड़े तुसी आ इनफ्लोस फाइंड कीते उन्हां नु लिखोगे कॉलम च दैट इज 1 लाख 1 लाख 122 500 122 500 एंड 167 500 उत्ते लगाना प्रेजेंट वैल्यू फैक्टर कितने परसेंट दा गिवन ही है कॉलम ਇਹਦਾ ਬਣੂਗਾ ਮਲਟੀਪਲਾਈ ਕਰਕੇ ਕੀ ਆਊਗਾ ਪ੍ਰੈਜ਼ੈਂਟ ਵੈਲਿਊਜ਼ ਆਫ ਕੈਸ਼ ਇਨਫਲੋਸ ਟੋਟਲ ਲਗਾ ਕੇ ਪੀਵੀਸੀਆਈ ਆ ਗਿਆ ਪੀਵੀਸੀ ਉਹ ਕੀ ਆ ਸਰ ਇੱਕੋ ਹੀ ਤਾਂ ਆਊਟਫਲੋ ਆ ਉਹ ਅੱਜ ਆ 0 ਤੇ ਉਹ ਤਾਂ ਸੇਮ ਰਹਿੰਦਾ 5 ਲੱਖ ਉਹ ਤਾਂ 5 ਲੱਖ ਹੀ ਆ ਸੋ ਪੀਵੀਸੀਆਈ ਦੇ ਟੋਟਲ ਚੋਂ ਆ ਵਾਲਾ ਆਊਟਫਲੋ 5 ਲੱਖ ਮਾਈਨਸ ਕਰੋਗੇ ਤੁਹਾਡੇ ਕੋਲ ਨੈਟ ਪ੍ਰੈਜ਼ੈਂਟ ਵੈਲਿਊ ਆ ਜਾਊਗੀ ਕੀ ਆ ਗਿਆ ਨੈਟ ਪ੍ਰੈਜ਼ੈਂਟ ਵੈਲਿਊ ਕੋਈ ਡਾਊਟ ਅਗਲਾ ਮੈਥਡ ਕਿਹੜਾ ਗਿਆ ਗ੍ਰੋਸ ਪੀਆਈ ਐਟ 15% ਸੇਮ ਹੀ ਆ ਗ੍ਰੋਸ ਪੀਆਈ ਕੱਢਣ ਲਈ ਫਾਰਮੂਲਾ ਕੀ ਸੀ डिवाइड करना पीवीसीआई अपॉन पीवीसीओ तो जितना पीवीसीआई आया हम ऊपर रखो नीचे 5 लाख रखो तो आपको आंसर 1 पॉइंट समथिंग जो भी आऊगा आ जाएगा अगर वो 1 तो ऊपर आया तो फेवरेबल अगर 1 तो नीचे आया था अनफेवरेबल सो ਇਹਦਾ ਆਨਸਰ ਤੁਹਾਡਾ ਕੀ ਆ ਰਿਹਾ 0.793 0.793 ਤਾਂ ਫੇਵਰੇਬਲ ਆ ਕਿ ਨਹੀਂ ਅਨਫੇਵरेबल ਤੁਹਾਡਾ ਕਿਉਂਕਿ ਇਨਫਲੋਜ਼ ਆ ਰਹੇ ਛੋਟੇ 5 ਲੱਖ ना ना वो तो फैक्टर्स लगा लेना प्रेजेंट वैल्यू फैक्टर 15% ही लगाए ना सो फॉर्मूला होता बस सीधा पीवीसीआई डिवाइड बाय पीवीसीयू ठीक है ਹੁਣ ਦੱਸੋ ਸੈਕਿੰਡ ਮੈਥਡ ਕਿਹੜਾ ਸੀ ARR ਇਹ ਚ ਕੀ ਚਾਹੀਦਾ ਇੱਕ ਚਾਹੀਦਾ ਸਰ ਐਵਰੇਜ ਪ੍ਰੋਫਿਟ ਆਫਟਰ ਟੈਕਸ ਤਾਂ ਤੁਸੀਂ ਕੀ ਪ੍ਰੋਫਿਟਸ ਕੱਢੇ ਹੋਏ ਆਫਟਰ ਟੈਕਸ ਉਹਨਾਂ ਦੀ ਐਵਰੇਜ ਕਰੋਗੇ ਇਹ ਚੀਜ਼ ਦੱਸੋ ਕਿਦਾਂ ਕਰਨੀ ਐਵਰੇਜ ਪ੍ਰੋਫਿਟ ਆਫਟਰ ਟੈਕਸ ਲਈ ਕੀ ਐਡ ਕਰਨਾ बाई 500 बाई 500 और 67,500 डिवाइड बाय 5 यस ਅਸੀਂ ਤਾਂ 5 ਐਡ ਕਰ ਰਹੇ 0 ਨੂੰ ਅਸੀਂ ਹੁਣ ਐਡ ਕਰਕੇ ਕੀ ਕਰਨਾ ਐਵਰੇਜ ਤਾਂ 5 ਸਾਲ ਦੀ ਕਰ ਰਹੇ ਹੋ ਨਾ ਇਸ ਲਈ ਡਿਵਾਈਡ ਬਾय 5 ਕਰਨਾ ਬਹੁਤ ਬੱਚਿਆਂ ਨੇ ਕੀ ਕਰ ਦੇਣਾ 3 ਐਡ ਕਰਕੇ 3 ਨਾਲ ਡਿਵਾਈਡ ਕਰ ਦੇਣਾ ਬਲੰਡਰ ਉੱਥੇ 0 ਪਲੱਸ ਕਰ ਲਓ ਸਗੋਂ ਜ਼ਿਆਦਾ ਵਧੀਆ ਤਾਂ ਡਿਵਾਈਡ ਤਾਂ 5 ਨਾ ਕਰੋਗੇ ਜਿਹੜੇ ਬੱਚੇ ਨੇ 3 ਕੀਤਾ ਉਹਨੇ ਡਿਵਾਈਡ 3 ਨਾ ਕਰ ਲੈਣਾ ਉਹ ਨੁਕਸਾਨ ਹੈ ਇਹਨਾਂ ਨੂੰ ਨਲੈਕੀ ਦਿਖਾ ਲਓ ਵੀ ਮੈਂ 0 ਐਡ ਕਰ ਰਿਹਾ कोई दिक्कत नहीं है गलती तो नहीं होगी यस नो सेकंड करके नहीं पूरा तो चाहिए ही सीगा इनफ्लोस तक ਇੱਥੇ ਤੱਕ ਤਾਂ ਆਣਾ ਹੀ ਸੀਗਾ ਨਾ ਅਸੀਂ ਪਹਿਲੇ ਤੀਜੇ ਔਰ ਚੌਥੇ ਮੈਥਡ ਲਈ ਨੀਚੇ ਵਾਲਾ ਚਾਹੀਦਾ ਪਰ ARR ਲਈ ਆ ਚਾਹੀਦਾ ਸੋ ਤਾਂ ਕਰਕੇ ਐਰੋ ਲਗਾ ਕੇ ਰੱਖ ਲਿਆ ਠੀਕ ਹੈ ਸੋ ਆਪ ਤਿੰਨਾਂ ਨੂੰ ਐਡ ਕਰੋਗੇ 5 ਨਾਲ डिवाइड करोगे तो आपको एवरेज प्रॉफिट आफ्टर टैक्स आ जाएगा डिवाइड कितना करना होना के दो मेथड का नेट इन्वेस्टमेंट या एवरेज नेट इन्वेस्टमेंट नेट इन्वेस्टमेंट की होंगी कॉस्ट माइनस स्क्रैप मतलब इनिशियल आउटले माइनस स्क्रैप 5 लाख माइनस 0 5 लाख एक साइड 5 लाख यूज होना दूसरी साइड डिवाइड बाय 2 मतलब 2,50,000 यूज होना जिथे एवरेज नेट इन्वेस्टमेंट है सो ਉਹਦੇ ਨਾਲ ਤੁਹਾਡਾ ARR ਦਾ ਵੀ ਆਨਸਰ ਆ ਜਾਊਗਾ ਸਮਝ ਰਹੇ ਆ ਤੁਹਾਡਾ ਸੈਕਿੰਡ ਮੈਥਡ ਦੀ ਪ੍ਰੈਜੈਂਟੇਸ਼ਨ ਕਲੀਅਰ ਹੋਗੀ ਐਵਰੇਜ ਆਊਗਾ 22,500 डिवाइड बाय 5 लाख 2.5 लाख ਤੁਹਾਡਾ ਕੀ ਆ ਗਿਆ 4.5% और 9% ਤੀਜੇ ਵਾਲੇ ਦੀ ਤੁਹਾਡੀ ਪ੍ਰੈਜੈਂਟੇਸ਼ਨ ਕੀ ਸੀ ਸਰ ਕੈਸ਼ ਇਨਫਲੋਸ ਲਿਖੇ ਪ੍ਰੈਜ਼ੈਂਟ ਵੈਲਿਊ ਫੈਕਟਰ ਲਗਾਇਆ ਮਲਟੀਪਲਾਈ ਕਰਕੇ ਪ੍ਰੈਜ਼ੈਂਟ ਵੈਲਿਊਜ਼ ਆ ਗਏ ਉਹਦਾ ਟੋਟਲ ਆਇਆ ਪੀਵੀਸੀ ਉਹ ਤਾਂ ਸੇਮ ਹੀ ਰਹਿਣਾ ਕਿਉਂਕਿ ਇੱਕੋ ਹੀ ਆ ਅੱਜ ਦਾ ਹੀ ਆ 0 ਤੇ ਮਤਲਬ ਕੋਈ ਚੇਂਜ ਨਹੀਂ ਹੋਣੀ ਉਹਦੀ ਵੈਲਿਊ ਐਨਪੀਵੀ ਆ ਗਿਆ ਐਨਪੀਵੀ 네ਗੇਟਿਵ ਆਇਆ ਮਤਲਬ ਕੀ ਕਹੋਗੇ ਨਾਟ ਫੇਵਰੇਬਲ ਗ੍ਰੋਸ ਪੀਆਈ ਲਈ ਉਹਨੂੰ ਉਸੇ ਵੈਲਿਊਜ਼ ਨੂੰ ਡਿਵਾਈਡ ਚ ਪਾ ਦੇਣਾ तो ਤੁਹਾਡੇ को आया 0.793 ਇਹ ਵੀ ਜਦ ਤੁਹਾਡਾ ਲੈਸ ਦੈਨ 1 ਆਇਆ ਤਾਂ ਮਤਲਬ ਨਾਟ ਫੇਵਰੇਬਲ ਉਹ ਹੋਰ ਕੁਐਸਚਨ ਉਹਨੂੰ ਰਹਿਣ ਬਲੂ ਵਾਲਾ ਨਾ ਦੇਖਿਓ ਕਲੀਅਰ ਸਮੇਰੇ ਮੈਥਡਸ ਐਪਲੀਕੇਸ਼ਨ ਕਲੀਅਰ ਹੋਈ
ਟਾਈਮ ਵੈਲਿਊ ਵਿੱਚ ਵੀ ਤੁਹਾਨੂੰ ਇਦਾਂ ਵਾਲੇ ਕਨਸੈਪਟ ਕੰਮ ਆਣੇ ਸਾਰੇ, ਪ੍ਰੈਜ਼ੈਂਟ ਵੈਲਿਊ ਫੈਕਟਰ ਵਾਲੇ, ਇਹੀ ਚੀਜ਼ ਆ ਉਹਦੇ ਵਿੱਚ ਵੀ ਥੋੜੀ ਬਹੁਤ, ਮਤਲਬ ਇੱਕ ਪੋਰਸ਼ਨ ਇਹ ਵੀ ਆ। कैपिटल बजटिंग, कैपिटल स्ट्रक्चर, कॉस्ट ऑफ कैपिटल, फाइनेंस है ना सारा, फाइनेंशियल मैनेजमेंट। बोलो इन्ना क्लियर होया? पहला दसो इतने क्लियर हुई गल? एक क्वेश्चन होर करना, फिर तुम सॉल्व करोगे। सुन तो लै। असाइनमेंट्स भी गई आया हाँ वाला क्वेश्चन देखियो, एक्सरसाइज 33, एक्सरसाइज 33, ये नोट करन तो पहला इनू सॉल्व जिथे भी करोगे, ठीक है सुनियो गल राजा, एक्सरसाइज 33 जिथे भी तुसी जब सॉल्व करना, उस तो पहला तुसी एक कंसैप्ट नोट करोगे, समझाऊंगा मैं 2 मिनट बाद, पर आप पहला नोट करना, ठीक है, इसलिए मैं वीडियो पहला शो करता। एक ही है क्वेश्चन, पढ़ के देखिए। कहना कंपनी इज कंसिडरिंग अ प्रपोजल ऑफ इंस्टॉलिंग अ ड्राइंग इक्विपमेंट, प्रपोजल लिखा गया ऑफ इंस्टॉलिंग अ ड्राइंग इक्विपमेंट, एक मशीन लगानी, प्रोजेक्ट लगाना नवा, द इक्विपमेंट वुड इन्वॉल्व अ कैश आउटले ऑफ ₹6 लाख, कितने पैसे लगने? 6 लाख की आ रही मशीन आ रही है, ठीक है, एंड ਤੁਹਾਡਾ ਨਾਲ ਉਹ ਚ ਕੀ ਲੱਗ ਜਾਣਾ, ਨੈਟ ਵਰਕਿੰਗ ਕੈਪੀਟਲ ਚ ਵੀ ₹80,000 ਇਨਵੈਸਟ ਹੋ ਜਾਣੇ ਆ। ਕਿ ਅਗਰ ਮੈਂ ਇੱਕ ਮਸ਼ੀਨ ਲੈ ਰਿਹਾ, ਜ਼ਰੂਰੀ ਸਿਰਫ ਮਸ਼ੀਨ ਦਾ ਹੀ ਖਰਚਾ, ਮਸ਼ੀਨ ਦਾ ਤਾਂ ਹੋ ਹੀ ਰਿਹਾ ਖਰਚਾ, ਪਿਛਲੇ ਸਾਰੇ ਕੁਐਸਚਨ 'ਚ ਇੰਨਾ ਹੀ ਪੁਆਇੰਟ ਸੀ ਕਿ ਮਸ਼ੀਨ ਦੇ ਉੱਤੇ ਇਨਵੈਸਟਮੈਂਟ ਹੋ ਰਹੀ, ਮਸ਼ੀਨ ਤੇ ਇਨਵੈਸਟਮੈਂਟ ਹੋ ਰਹੀ, ਪੈਸਾ ਆਊਟਫਲੋ ਹੋ ਰਿਹਾ, ਬਟ ਕਹਿੰਦਾ ਸਾਡਾ ਨਾ ਕੁਝ ਪੈਸਾ ਵਰਕਿੰਗ ਕੈਪੀਟਲ 'ਚ ਵੀ ਲੱਗ ਜਾਣਾ। ਜਦ ਇੱਕ ਮਸ਼ੀਨ ਲਾਓਗੇ ਉਹਦੇ ਵਿੱਚ ਰॉ ਮਟੀਰੀਅਲਸ ਐਂਡ ਆਲ ਯੂਜ਼ ਵੀ ਤਾਂ ਕਰੋਗੇ ਨਾ, ਕੁਝ ਮਸ਼ੀਨ ਚੱਲਣ ਲਈ ਵੀ ਕੋਈ ਫਿਊਲ ਹੋ ਗਿਆ, ਫਿਊਲ ਐਂਡ ਆਲ 'ਚ ਪੈਸਾ ਲੱਗੂਗਾ ਜਾਂ ਨਹੀਂ? ਅੱਜ ਮਸ਼ੀਨ ਲਈ, ਨਿਊ ਮਸ਼ੀਨ ਲਗਾਈ, ਉਹਦੇ ਤੇ ਵਰਕਿੰਗ ਦਾ ਖਰਚਾ ਵੀ ਤਾਂ ਆਊਗਾ। ਅਗਰ ਰੈਗੂਲਰਲੀ ਤੁਹਾਡਾ ਉੱਥੇ ਵਰਕਿੰਗ ਦਾ ਵੀ ਖਰਚਾ ਯੂਜ਼ ਹੋਣਾ ਸ਼ੁਰੂ ਹੋ ਰਿਹਾ, ਮੀਨਸ ਉਹਨੂੰ ਚਲਾਉਣ ਲਈ ਖਰਚਾ ਹੋ ਰਿਹਾ, ਦੈਟ ਚਲਾਉਣ ਦਾ ਖਰਚਾ ਇਜ਼ ਕਾਲਡ ਵਰਕਿੰਗ ਕੈਪੀਟਲ। रेगुलर ਉਹਦੇ ਆਪਰੇਸ਼ਨ ਲਈ ਕੋਈ ਖਰਚਾ ਹੋ ਰਿਹਾ, ਦੈਟ ਇਜ਼ ਕਾਲਡ ਵਰਕਿੰਗ ਕੈਪੀਟਲ। एवरीवन यस और नो? ਠੀਕ ਹੈ ਨਾ? ਸੋ ਵਰਕਿੰਗ ਕੈਪੀਟਲ ਚ ਅੱਜ ਪੈਸਾ ਲੱਗ ਗਿਆ। ਮੈਨੂੰ ਇੱਕ ਗੱਲ ਦੱਸੋ, ਜਦ ਅੱਜ, ਅੱਜ ਮੀਨਸ ਟਾਈਮ ਕੀ 1 ਕੇ 0, ਅੱਜ ਕੀ ਗਈ ਦਾ 0, ਜਿਹਦੀ ਕੋਈ ਪ੍ਰੈਜ਼ੈਂਟ ਵੈਲਿਊ ਚੇਂਜ ਨਹੀਂ ਹੁੰਦੀ। ਓਕੇ, ਅੱਜ ਮਸ਼ੀਨ ਸ਼ੁਰੂ ਕੀਤੀ, ਵਰਕਿੰਗ ਕੈਪੀਟਲ ਚ ਵੀ ਨਾਲ 80,000 ਲੱਗ ਗਿਆ, ਚੱਲੀ ਗਈ ਚੱਲੀ ਗਈ ਚੱਲੀ ਗਈ ਚੱਲੀ ਗਈ, ਕਿੰਨੇ ਸਾਲ ਚੱਲਣੀ ਮਸ਼ੀਨ? ਕਹਿੰਦੇ 5 ਸਾਲ। 5 ਸਾਲ ਜਦ ਮਸ਼ੀਨ ਦੀ ਵੈਲਿਊ ਕੰਪਲੀਟ ਹੋ ਗਈ, 5 ਸਾਲ ਮਸ਼ੀਨ ਯੂਜ਼ ਕਰ ਲਈ, ਮਸ਼ੀਨ ਖਤਮ, ਹੁਣ ਯੂਜ਼ ਨਹੀਂ ਹੋਣੀ, ਕੀ ਹੁਣ ਮੈਨੂੰ ਉਹਦਾ ਰॉ ਮਟੀਰੀਅਲ ਰੱਖਣਾ ਪਊਗਾ? ਨਹੀਂ, ਤਾਂ ਮੇਰੀ ਵਰਕਿੰਗ ਕੈਪੀਟਲ ਰਿਲੀਜ਼ ਹੋ ਜਾਣੀ ਉਸ ਦਿਨ। ਕੱਲ ਤੋਂ ਤਾਂ ਮੇਰੇ ਉਹ 80,000 ਬਾਉਂਡ ਤਾਂ ਨਹੀਂ ਹੋਣੇ ਕਿਤੇ। ਤਾਂ ਇਸ ਲਈ ਇੱਕ ਤੁਹਾਡੇ ਕੋ ਇਸ ਕਨਸੈਪਟ ਚ ਕੀ ਆਇਆ ਕਿ ਜਦ ਤੁਸੀਂ ਵਰਕਿੰਗ ਕੈਪੀਟਲ ਦਾ ਕਨਸੈਪਟ ਕਰੋਗੇ, ਯਾਰਾ ਦੇਖ ਰਾਜਾ ਧਿਆਨ ਨਾਲ, ਇਨਵੈਸਟਮੈਂਟ ਇਨ ਵਰਕਿੰਗ ਕੈਪੀਟਲ ਭੁੱਲ ਜਾਂਦੇ ਬੱਚੇ, ਜਦ ਕਿ ਇਹ ਕਨਸੈਪਟ ਵੈਰੀ ਇੰਪੋਰਟੈਂਟ ਔਰ ਪੇਪਰ ਚ ਇਹਦਾ ਕੁਐਸਚਨ ਪਾਉਂਦੇ ਆ ਉਹ ਜਾਣ ਕੇ। ਅੱਜ ਵਰਕਿੰਗ ਕੈਪੀਟਲ ਚ ਵੀ ਆਊਟਫਲੋ ਹੋ ਰਿਹਾ, ਇੱਕ ਤਾਂ 6 ਲੱਖ ਦੀ ਮਸ਼ੀਨ ਆ ਰਹੀ, 80,000 ਦਾ ਆਊਟਫਲੋ ਫॉर ਵਰਕਿੰਗ ਕੈਪੀਟਲ ਵੀ ਹੋਇਆ, ਠੀਕ ਹੈ, ਜ਼ੀਰੋ ਟਾਈਮ ਤੇ, ਠੀਕ ਹੈ। ਔਰ ਜਦੋਂ ਉਹਦੀ ਲਾਈਫ ਕੰਪਲੀਟ ਹੋਈ, ਐਂਡ ਆਫ ਦਾ ਪ੍ਰੋਜੈਕਟ ਤੇ, ਉੱਥੇ ਮੇਰੀ ਵਰਕਿੰਗ ਕੈਪੀਟਲ ਕੀ ਹੋ ਜਾਣੀ? ਰਿਲੀਜ਼ ਹੋ ਜਾਊਗੀ। ਉਹ ਇੱਕ ਤਰ੍ਹਾਂ ਇਨਫਲੋ ਦੀ ਤਰ੍ਹਾਂ ਬਣ ਜਾਣਾ ਕਿ ਮੇਰਾ 80,000 ਲੱਗਾ ਸੀ, 5ਵੇਂ ਸਾਲ ਜਦ ਮਸ਼ੀਨ ਬੰਦ ਕੀਤੀ ਤਾਂ 80,000 ਵਾਪਸ ਆ ਗਿਆ, ਉਸ ਦਿਨ ਮੈਨੂੰ ਉਹਨੂੰ ਇਨਫਲੋ ਮੰਨਣਾ ਪਏਗਾ। ਪਰ ਆਊਟਫਲੋ ਕਦ ਹੋਇਆ? ਅੱਜ, ਜ਼ੀਰੋ ਤੇ। ਔਰ ਇਨਫਲੋ ਕਦ ਹੋਣਾ? ਜਦ ਕੰਪਲੀਟ ਹੋਇਆ ਪ੍ਰੋਜੈਕਟ, मतलब इस क्वेश्चन 5 इयर्स ਦੇ ਐਂਡ 5 ਤੇ। ਰੀਜ਼ਨ ਸਮਝੇ? ਆਊਟਫਲੋ ਔਰ ਇਨਫਲੋ ਚ ਇਫੈਕਟ ਆ ਰਿਹਾ ਕਿ ਨਹੀਂ, ਕਿ ਮਸ਼ੀਨ ਦਾ ਹੀ ਆ ਰਿਹਾ ਸਿਰਫ? ਇਹਦਾ ਵੀ ਆ ਰਿਹਾ, ਵਰਕਿੰਗ ਕੈਪੀਟਲ ਦਾ। ਸੋ ਇਹਨੂੰ ਯਾਦ ਰੱਖਣਾ, ਅੱਜ ਆਊਟਫਲੋ ਵੀ ਜ਼ਰੂਰ ਪਾਣਾ ਔਰ 5ਵੇਂ ਸਾਲ ਤੇ ਇਨਫਲੋ ਵੀ ਜ਼ਰੂਰ ਪਾਣਾ। ਜਦ ਤੁਸੀਂ ਇੱਕ ਮਸ਼ੀਨ 'ਚ ਪੈਸਾ ਲਗਾਇਆ, ਪਿਛਲੇ ਕੁਐਸਚਨਸ ਤੱਕ ਕੀ ਸੀ ਕਿ ਇੱਕ ਮਸ਼ੀਨ 'ਚ ਪੈਸਾ ਲਗਾਇਆ, ਕੰਮ ਹੋ ਰਿਹਾ, ਜਨਰੇਸ਼ਨ ਹੋ ਰਹੀ, ਪ੍ਰੋਫਿਟਸ ਆ ਰਹੇ, ਇਨਫਲੋਸ ਆ ਰਹੇ, ਇਨਫਲੋ ਹੋ ਰਿਹਾ 1 2 3 4 5, ਹਰ ਸਾਲ ਇਨਫਲੋ ਆ ਰਿਹਾ, ਕੈਸ਼ ਇਨਫਲੋਸ ਪੜਿਆ ਸੀ, ਉੱਤੇ ਕੁਐਸਚਨ ਸੋਲਵ ਕਰਦੇ ਸੀ। ਬਟ ਜਦ ਵਰਕਿੰਗ ਕੈਪੀਟਲ ਦਾ ਕੁਐਸਚਨ ਆਇਆ, ਪਹਿਲੀ ਗੱਲ ਤਾਂ ਵਰਕਿੰਗ ਕੈਪੀਟਲ 'ਚ ਵੀ ਅੱਜ ਪੈਸੇ ਲੱਗੇ, ਤਾਂ ਜ਼ੀਰੋ ਟਾਈਮ ਤੇ ਉਹਦਾ ਕੀ ਬਣਨਾ? ਆਊਟਫਲੋ। ਜਿਸ ਦਿਨ 5 ਸਾਲ ਕੰਪਲੀਟ ਹੋਏ, ਮਸ਼ੀਨ ਚਲਾਣੀ ਬੰਦ, ਤਾਂ ਉਹ ਜਿੰਨਾ ਪੈਸਾ ਵਰਕਿੰਗ ਕੈਪੀਟਲ 'ਚ ਲੱਗਾ ਸੀ ਰਿਲੀਜ਼ ਹੋ ਗਿਆ, ਉਸ ਦਿਨ 5ਵੇਂ ਸਾਲ 'ਚ ਮੇਰਾ ਇਨਫਲੋ ਇਹ ਵੀ ਆਣਾ, ਸਿਰਫ ਰਿਟਰਨ ਵਾਲਾ ਇਨਫਲੋਸ ਨਹੀਂ ਆਣੇ, ਇਹ ਵੀ ਰਿਟਰਨ ਚ ਆਣਾ, ਇਹ ਐਡ ਹੋਏਗਾ 5ਵੇਂ ਸਾਲ ਚ। ਸੋ ਇਹ ਕਨਸੈਪਟ ਭੁੱਲਣਾ ਨਹੀਂ ਹੈ। ਗਲਤੀ ਨਾਲ ਇੱਥੇ ਦੱਸਦਾ ਆਊਟਫਲੋ ਫੇਰ ਪਾ ਲੈਂਦੇ ਬੱਚੇ, ਇਨਫਲੋ ਭੁੱਲ ਜਾਂਦੇ, ਰਿਲੀਜ਼ ਆਫ ਵਰਕਿੰਗ ਕੈਪੀਟਲ।
हाँ रिलीज ऑफ वर्किंग कैपिटल ਭੁੱਲ ਜਾਂਦੇ ਆ ਯਾਦ ਰੱਖਣਾ। ਹੁਣ ਇਹਦੇ ਕੁਐਸਚਨ ਚ ਦੇਖੀਏ ਹੋਰ ਕੀ ਲਿਖਿਆ ਸੀ। ਤੁਹਾਨੂੰ ਕੀ ਦਿੱਤਾ, ਕਹਿੰਦਾ ਇਨੀਸ਼ੀਅਲ ਕੈਸ਼ ਆਊਟਲੇ ਕਿੰਨਾ ਹੈ 6 ਲੱਖ ਰੁਪਏ ਦਾ, ਔਰ ਨੈਟ ਵਰਕਿੰਗ ਕੈਪੀਟਲ ਚ ਕਿੰਨਾ ਪੈਸਾ ਲੱਗ ਰਿਹਾ 80,000, ਲਾਈਫ ਆਫ ਪ੍ਰੋਜੈਕਟ ਇਜ਼ 5 ਇਅਰਸ ਵਿਦਆਊਟ 5 years without any salvage value, ठीक है। assume that the company is allowed to charge depreciation on straight line basis for income tax purpose, ठीक है। depreciation कितना लगानी straight line। estimated profit before tax cash inflows, profit ਕਿਹੜੇ ਦਿੱਤੇ before tax cash inflows given ਆ, मतलब earnings before depreciation and tax given ਆ। ਤੁਹਾਨੂੰ ਕੀ ਚਾਹੀਦਾ after tax before depreciation, yes or no। method ਕਿਹੜੇ ਲਿਖੇ ਪੜੋ, payback, एनपीवी, डिस्काउंटेड पेबैक, आईआरआर। आईआरआर हले ਆਪਾਂ ਨਹੀਂ ਸਿੱਖਿਆ, ਬਟ ਬਾਕੀ ਤਿੰਨਾਂ ਚ ਕੀ ਚਾਹੀਦਾ ਕੈਸ਼ ਇਨਫਲੋਸ ਹੀ ਚਾਹੀਦੇ। ਸੋ ਅਗਰ ਕੈਸ਼ ਇਨਫਲੋਸ ਹੀ ਚਾਹੀਦੇ ਆ ਤਾਂ ਸਾਨੂੰ ਪਹਿਲਾਂ ਕੀ ਫਾਈਂਡ ਕਰਨਾ ਪੈਣਾ, ਟੇਬਲ ਬਣਾ ਕੇ ਕੈਸ਼ ਇਨਫਲੋਸ ਦਾ ਟੇਬਲ ਸੋਲਵ ਕਰੋਗੇ, ਠੀਕ ਹੈ। ਇਹਦਾ ਆਨਸਰ ਇੱਕ ਸੈਕਿੰਡ ਪ੍ਰੈਜ਼ੈਂਟ ਕਰਦਾ ਮੈਂ। ਸੋ ਆਇਆ ਸੀ ਕੁਐਸਚਨ ਰੀਡ ਕੀਤਾ, ਸਭ ਤੋਂ ਪਹਿਲੀ ਚੀਜ਼ ਕੀ ਸਿੱਖੀ, ਦੇਖਿਓ ਇਧਰ एवरीवन। ਸਭ ਤੋਂ ਪਹਿਲੀ ਚੀਜ਼ ਆਈ ਸਾਡੇ ਕੋ ਇਨਵੈਸਟਮੈਂਟ ਇਨ ਵਰਕਿੰਗ ਕੈਪੀਟਲ ਦਾ ਕੰਸੈप्ट, किधर आया इन्वेस्टमेंट इन वर्किंग कैपिटल का कंसेप्ट आया, ठीक है। उस तो बाद कॉस्ट ऑफ प्रोजेक्ट दसो कितना 6 लाख, स्क्रैप कितनी है कुछ भी नहीं, लाइफ 5 इयर्स की डेप्रिसिएशन फाइंड कर सकते, कोई डाउट, कोई डाउट रहता नहीं। उस तो बाद ਅਸੀਂ ਸਿੱਖਿਆ ਕਿ ਇਨਵੈਸਟਮੈਂਟ ਇਨ ਵਰਕਿੰਗ ਕੈਪੀਟਲ ਕੀ ਸਿੱਖ ਲਿਆ, ਆਊਟਫਲੋ 0 ਟਾਈਮ ਤੇ ਕਰਨਾ, ਇਨਫਲੋ ਹੋਣਾ ਇਸ ਸਾਲ ਇਸ ਪ੍ਰੋਜੈਕਟ ਦੇ ਲਾਈਫ ਦੇ ਐਂਡ ਚ, मतलब ਐਟ ਦ ਐਂਡ ਆਫ 5th ईयर ਕਿੰਨੇ ਦਾ 80,000 ਦਾ ਸੀ, ਇਹ ਲਿਖ ਲਿਆ। स्टेटमेंट शोइंग कैलकुलेशन ऑफ कैश इनफ्लोज, ਉੱਥੇ ਸਭ ਤੋਂ ਪਹਿਲੀ ਚੀਜ਼ ਕੀ ਆਂਦੀ, प्रॉफिट ਜਿਹੜਾ ਗਿਵਨ ਆ, ਕਿੰਨਾ ਗਿਵਨ ਆ 240 ਵਾਲਾ, ਉਹ ਹੈ ਕਿ प्रॉफिट बिफोर टैक्स कैश इनफ्लोज, ਕੀ ਗਿਵਨ ਆ प्रॉफिट, यस बिफोर टैक्स बिफोर डेप्रिसिएशन, ठीक है। अगर बिफोर टैक्स एंड बिफोर डेप्रिसिएशन गिवन है तो ਤੁਸੀਂ ਉਹਨੂੰ ਕੀ ਕਰਨਾ ਪਹਿਲਾਂ डेप्रिसिएशन माइनस करोगे, ਪਹਿਲਾਂ ਕੀ ਕਰੋਗੇ डेप्रिसिएशन माइनस करोगे। सो ਤੁਹਾਡੇ को पहली चीज आई प्रॉफिट बिफोर डेप्रिसिएशन, 3 zeros लगा के ਆਪਾਂ प्रॉपर लिख लिया 2,40,000 2,75,000, ठीक है। डेप्रिसिएशन कितनी सी 1,20,000, 3 zeros क्यों लगाए, बिकॉज दीज वर इन थाउजेंड्स, सिमरन दीज वर इन थाउजेंड्स, तो 240 2,75,000 2,10,000 इस तरह लिखे, और डेप्रिसिएशन माइनस की 120 सारे चो, यस और नो। थर्ड को आ गया प्रॉफिट बिफोर टैक्स, इच टैक्स कितना लगाना दसो, दसो ना कितना दिता 35. 35% टैक्स लगाओगे, ओके माइनस करता। थर्ड को की आ गया प्रॉफिट आफ्टर टैक्स, हुन सानू चाहिए बिफोर डेप्रिसिएशन नाल, डेप्रिसिएशन ऐड बैक करोगे, ये आ गए ਤੁਹਾਡੇ कैश इनफ्लोस। कैश इनफ्लो पहले साल कितना आया 1,98,000, इतने 220,750 178,500 1,59,000, बच्चा कहता इतने 146, 146 भी आया नाल वर्किंग कैपिटल भी ऐड करोगे इतने, यस और नो 80,000 ਦੀ ਇਨਫਲੋ ਉੱਥੇ ਵੀ ਹੋਊਗਾ, ਯਸ और नो ਨਿਸ਼ਾ, ਠੀਕ ਹੈ। ਇਸ ਪੇਜ ਤੱਕ ਕੋਈ ਡਾਊਟ ਕੋਈ, ਹੁਣ ਇਸ ਇਨਫਲੋਸ ਨੂੰ ਆਪਾਂ ਕੈਲਕੂਲੇਟ ਕੀਤਾ ਤਾਂ ਇੱਥੇ ਹੁਣ ਮੈਥਡਸ ਲਗਾਣੇ। ਪਹਿਲਾ ਮੈਥਡ ਕਿਹੜਾ ਹੈ ਪੇਬੈਕ ਪੀਰੀਅਡ ਮੈਥਡ। ਪੇਬੈਕ ਲਈ ਤੁਹਾਡੇ ਅੱਜ ਪੈਸੇ ਲੱਗੇ ਕਿੰਨੇ, ਪਹਿਲਾਂ ਗੱਲ ਕਰੀਏ ਈਅਰ ਲਿਖ ਲੈ 5, ਇਨਫਲੋਸ 4 ਸਹੀ ਸਹੀ ਔਰ ਇਹਦੇ ਵਿੱਚ 80,000 ਐਡ ਕਰਕੇ, ਠੀਕ ਹੈ। ਤਾਂ ਆਊਟਫਲੋ 6 ਲੱਖ ਦੀ ਮਸ਼ੀਨ ਸੀ ਔਰ 80,000 ਉਦੋਂ ਗਿਆ ਵੀ ਤਾਂ ਸੀ ਵਰਕਿੰਗ ਕੈਪੀਟਲ ਦਾ, ਮੀਨਸ ਤੁਸੀਂ 6,80,000 ਦੀ ਇਨਵੈਸਟਮੈਂਟ ਕਾਊਂਟ ਕਰੋਗੇ। ਜੇ ਅਗਰ ਵਰਕਿੰਗ ਕੈਪੀਟਲ ਦਾ ਦੋਨੋਂ ਜਗ੍ਹਾ ਇਫੈਕਟ ਆਣਾ, ਆਊਟਫਲੋ ਵਿੱਚ ਵੀ ਔਰ ਲਾਸਟ ਈਅਰ ਦੇ ਇਨਫਲੋ ਵਿੱਚ ਵੀ। ਜ਼ੀਰੋ ਟਾਈਮ ਤੇ ਆਊਟਫਲੋ ਚ ਕੀ ਹੋ ਗਿਆ 6 ਲੱਖ ਨਹੀਂ ਹੋਇਆ 680 ਹੋਇਆ, ਔਰ 5th ਈਅਰ ਦੇ ਵਿੱਚ ਹੈ ਹਾਂ। ਸੋ 680 ਨੂੰ ਤੁਸੀਂ ਤਿਆਰ ਕਰਨਾ ਕਿ ਕਿੱਥੇ ਪੈਸੇ ਪੂਰੇ ਹੋ ਰਹੇ, ਸੋ 680 ਲਈ ਕਿਊਮੂਲੇਟ ਕਰਕੇ ਸਾਰੇ ਲਿਖ ਲੈ, ਕੋਈ ਦਿੱਕਤ ਨਹੀਂ। 680 ਪੂਰੇ ਹੋ ਰਹੇ ਤੁਹਾਡੇ ਤੀਜੇ ਸਾਲ ਤੋਂ ਬਾਅਦ, ਸੋ ਥਰਡ ਈਅਰ ਪਲੱਸ ਦਿਸ ਮਾਈਨਸ ਦਿਸ ਅਪਨ ਦਿਸ ਮਾਈਨਸ ਦਿਸ, ਕਿੰਨੀ ਹੋਈ ਚੀਜ਼, ਸੋ 3.052 ਇਅਰਸ ਲੱਗੂਗੇ, ਤੁਹਾਡਾ ਪੇਬੈਕ ਹੋ ਜਾਊਗਾ, ਯਸ অর ਨੋ, ਈਜ਼ੀ, ਠੀਕ ਹੈ। ਮੇਨ ਇੱਥੇ ਕਨਸੈਪਟ ਕਿਹੜਾ ਐਡ ਹੋਇਆ ਇੰਪੋਰਟੈਂਟ, ਵਰਕਿੰਗ ਕੈਪੀਟਲ ਦਾ, ਉੱਤੇ ਫੋਕਸ ਚਾਹੀਦਾ, ਠੀਕ ਹੈ। ਦੂਜਾ ਮੈਥਡ ਔਰ ਤੀਜਾ ਮੈਥਡ ਕਿਹੜਾ ਲਿਖਿਆ ਸੀ ਐਨਪੀਵੀ ਔਰ ਡਿਸਕਾਊਂਟਡ ਪੇਬੈਕ। ਇਹਦੇ ਹੁਣ ਮੈਂ ਪ੍ਰੈਜੈਂਟੇਸ਼ਨ ਤੁਹਾਨੂੰ ਦਿਖਾ ਰਿਹਾ, ਕਿਉਂ ਕਿ ਤਾਂ ਕਿ ਤੁਸੀਂ ਪੇਪਰ 'ਚ ਚਾਹੋ ਤਾਂ ਟਾਈਮ ਬਚਾ ਸਕਦੇ ਹੋ ਇਕੱਠੇ ਕਰਕੇ। ਉਹ ਕਿਦਾਂ, ईयर लिख ले, कैश इनफ्लोस लिख ले,
डिस्काउंटिंग फैक्टर एट की क्या 12% गिवन सी कैसी फाइंड करने ਉਹਨੇ ਕਿਹਾ ਹੁਣ ਦੇਖੋ ਡਿਸਕਾਊਂਟਿੰਗ ਫੈਕਟਰ ਓਪਰਚ्युनिटी ਕਾਸਟ ਕਿੰਨੀ ਯੂਜ਼ ਕਰਨੀ 12% ਤੁਹਾਨੂੰ ਤਿੰਨ ਤਰ੍ਹਾਂ ਦੇ ਫੈਕਟਰਸ ਦਿੱਤੇ ਸੀ 12% ਵਾਲੇ ਨੂੰ ਡਿਸਕਾਊਂਟਿੰਗ ਫੈਕਟਰ ਯੂਜ਼ ਕਰਨਾ ਠੀਕ ਹੈ ਕਿਨੂੰ 12% ਨੂੰ ਡਿਸਕਾਊਂਟਿੰਗ ਫੈਕਟਰ ਯੂਜ਼ ਕਰਨਾ 14 15 ਦਿੱਤੇ ਕਿਉਂ ਆਈਆਰਆਰ ਦੇ ਕੁਐਸਚਨ ਲਈ ਆਈਆਰਆਰ ਵੀ ਹੈ ਨਾ ਕੁਐਸਚਨ ਪਰ ਕਾਸਟ ਆਫ ਕੈपिटल इज आवर डिस्काउंटिंग फैक्टर ये याद रखियो कास्ट ऑफ कैपिटल इज आवर डिस्काउंटिंग फैक्टर सो ਇੱਥੇ ਅਸੀਂ 12% ਦੇ ਅਕੋਰਡਿੰਗ ਡਿਸਕਾਊਂਟਿੰਗ ਫੈਕਟਰਸ ਲਗਾਤੇ ਮਲਟੀਪਲਾਈ ਕਰਕੇ ਪ੍ਰੈਜ਼ੈਂਟ ਵੈਲਿਊਜ਼ ਆ ਗਏ ਜਿਹੜੇ ਆ ਵਾਲੇ ਪ੍ਰੈਜ਼ੈਂਟ ਵੈਲਿਊਜ਼ ਦਾ ਟੋਟਲ ਆਊਗਾ ਇਹ ਬਣ ਗਿਆ ਪੀਵੀਸੀਆਈ ਔਰ ਪੀਵੀਸੀਓ ਕਿੰਨਾ ਸੀ 6,80,000 ਜ਼ੀਰੋ ਤੇ ਸੀ ਦੋਨੋਂ ਸੋ ਇਹ ਦੋਨਾਂ ਤੋਂ ਸਾਨੂੰ ਐਨਪੀਵੀ ਮਿਲ ਜਾਊਗਾ ਬਸ ਇੱਥੇ ਸਟਾਰ ਕਿਉਂ ਪਾਇਆ ਕਿਉਂਕਿ 680 ਲੈਣਾ ਇਹਨੇ ਨਾਲ ਸਾਡਾ ਐਨਪੀਵੀ ਹੋ ਗਿਆ ਸੋਲਵ ਹੁਣ ਇੱਥੇ ਹੀ ਤੁਸੀਂ ਇੱਕ ਕਾਲਮ ਐਕਸਟੈਂਡ ਕਰ ਲੋਗੇ ਤੁਹਾਡਾ ਟਾਈਮ ਬਚੂਗਾ ਕਿ ਇਹਦੀ ਹੀ ਕਿਊਮੂਲੇਸ਼ਨ ਕਰਕੇ ਡਿਸਕਾਊਂਟਡ ਪੇਬੈਕ ਸੋਲਵ ਕਰ ਦੋ ਯੈਸ অর নো ਇਸ ਲਈ ਤੁਹਾਨੂੰ ਸਿਖਾਇਆ ਕਿ ਸਾਨੂੰ ਡਿਸਕਾਊਂਟਡ ਪੇਬੈਕ ਲਈ ਵੀ ਰਾਜਾ ਕੀ ਚਾਹੀਦਾ ਜਿਹੜੇ ਡਿਸਕਾਊਂਟਡ ਕੈਸ਼ ਇਨਫਲੋਜ਼ ਆ ਉਹਦੀ ਕਿਊਮੂਲੇਸ਼ਨ ਕਰਨੀ ਨਾ ਤਾਂ ਇੱਕ ਕਾਲਮ ਐਕਸਟਰਾ ਬਣਾ ਲਓ ਦੋਨੋਂ ਮੈਥਡ ਇਕੱਠੇ ਸੋਲਵ ਹੋ ਜਾਊਗੇ ਟੇਬਲ ਇੱਕ ਬਣ ਜਾਊਗਾ ਟਾਈਮ ਕਿਉਂ ਦੋ ਦੋ ਵਾਰ ਲਗਾਈਏ ਠੀਕ ਹੈ ਇੱਥੇ ਹੋ ਗਿਆ ਇਹਦਾ ਕਿਊਮੂਲੇਸ਼ਨ ਔਰ ਇੱਥੇ ਵੀ ਪੈਸੇ ਕਿੰਨੇ ਪੂਰੇ ਕਰਨੇ 680 ਉਹ 4th ਈਅਰ ਤੋਂ ਬਾਅਦ ਆ ਰਹੇ ਹੁਣ ਇੱਥੇ 4th ਈਅਰ ਤੋਂ ਬਾਅਦ ਹੋ ਰਹੇ ਤਾਂ 4 ਪਲੱਸ ਦਿਸ ਮਾਈਨਸ ਦਿਸ ਅਪਨ ਦਿਸ ਮਾਈਨਸ ਦਿਸ ਕਰਕੇ ਤੁਹਾਡਾ ਡਿਸਕਾਊਂਟਡ ਪੇਬੈਕ ਦਾ ਆ ਗਿਆ 4.773 ਇਅਰਸ ਕਿਹੜੇ ਕਿਹੜੇ ਮੈਥਡ ਹੋ ਗਏ डिस्काउंटेड पेबैक डन एनपीवी डन और की क्या होने पीआई ਦਾ ਨਹੀਂ ਕਿਹਾ ਨਹੀਂ ਇੱਕ ਪੁੱਛਿਆ ਆਈਆਰਆਰ ਆਈਆਰਆਰ ਲਈ ਅਸੀਂ ये बनाना है ਆਈਆਰਆਰ ਦਾ ਕਨਸੈਪਟ ਕੱਲ ਕਰਦੇ ਅੱਜ ਇੰਨੇ ਕਰੋ ਕੁਝ ਬਹੁਤ